गुड मॉर्निंग स्टूडेंट्स। सो बेटा ਆਪਾਂ ਇਫੈਕਟਸ ਆਫ ਇਨਫਲੇਸ਼ਨ ਕਰ ਰਹੇ ਸੀ। ਉਹਦੇ 'ਚ ਆਪਾਂ ਫਸਟ ਪੁਆਇੰਟ ਕੀਤਾ ਸੀ ਇਫੈਕਟਸ ਔਨ ਡੈਟਰਸ ਐਂਡ ਕ੍ਰੈਡੀਟਰਸ, ਫਿਰ ਇਨਵੈਸਟਰ, ਫਿਰ ਫਿਕਸਡ ਸੈਲਰੀ ਕਲਾਸ ਹੈ ਵੀ ਉਹ ਬਿਗ ਲੂਜ਼ਰ ਹੁੰਦੀ ਹੈ। ਪ੍ਰੋਡਿਊਸਰਸ ਦੇ ਉੱਤੇ ਗੁੱਡ ਇਫੈਕਟ ਪੈਂਦਾ ਹੈ ਇਨਫਲੇਸ਼ਨ ਦਾ। ਐਗਰੀਕਲਚਰਿਸਟ ਨੇ ਉਹਨਾਂ ਦੇ ਉੱਤੇ ਵੀ ਫੇਵਰੇਬਲ ਇਫੈਕਟ ਪੈਂਦਾ ਕਿਉਂਕਿ ਉਹ ਵੀ ਪ੍ਰੋਡਿਊਸਰ ਕਲਾਸ ਹੁੰਦੀ ਹੈ। ਮਿਡਲ ਕਲਾਸ ਤੇ ਐਡਵਰਸ ਇਫੈਕਟ ਪੈਂਦਾ ਹੈ। ਹਾਊਸ ਹੋਲਡ ਸੇਵਿੰਗਸ ਨੇ ਜਿਹੜੀਆਂ ਉਹ ਐਡਵਰਸਲੀ ਇਫੈਕਟ ਹੁੰਦੀਆਂ ਨੇ। ਇਫੈਕਟ ਔਨ ਇੰਪਲੋਇਮੈਂਟ ਇਹਨੂੰ ਮੈਂ ਦੁਬਾਰਾ ਕਰਾ ਦਿੰਦੀ, ਸ਼ਾਇਦ ਪਿੱਛੇ ਵਾਲੀ ਵੀਡੀਓ ਦੇ ਵਿੱਚ ਕੱਟ ਹੋ ਗਿਆ ਸੀ ਪੁਆਇੰਟ। ਸੋ ਇਨ ਦ ਇਨੀਸ਼ੀਅਲ ਸਟੇਜ ਆਫ ਇਨਫਲੇਸ਼ਨ ਇੰਪਲੋਇਮੈਂਟ ਦੇ ਉੱਤੇ ਗੁੱਡ ਇਫੈਕਟ ਪੈਂਦਾ ਹੈ। ਬਿਕੋਜ਼ ਆਫ ਰਾਈਜ਼ਿੰਗ ਪ੍ਰਾਈਸਿਸ ਪ੍ਰੋਡਿਊਸਰਸ ਨੂੰ ਐਕਸਟਰਾ ਪ੍ਰੋਫਿਟਸ ਹੁੰਦੇ ਨੇ, ਦੇ ਆਰ ਐਨਕਰੇਜ ਟੂ ਪ੍ਰੋਡਿਊਸ ਮੋਰ, ਨਵੀਆਂ ਇੰਡਸਟਰੀ ਯੂਨਿਟਸ ਆਉਂਦੀਆਂ ਨੇ। ਪਰ ਜਦੋਂ ਇੱਕ ਵਾਰੀ ਫੁੱਲ ਇੰਪਲੋਇਮੈਂਟ ਆ ਜਾਂਦਾ ਹੈ ਉਸ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੁੰਦੇ ਨੇ ਅਤੇ ਗੈਲਪਿੰਗ ਇਨਫਲੇਸ਼ਨ ਆ ਜਾਂਦੇ। ਗੈਲਪਿੰਗ ਇਨਫਲੇਸ਼ਨ ਬਹੁਤ ਜ਼ਿਆਦਾ ਪ੍ਰਾਈਸ ਰਾਈਜ਼ ਹੋਣਾ। ਸੋ ਐਜ਼ ਅ ਰਿਜ਼ਲਟ ਜਿਨ੍ਹਾਂ ਲੋਕਾਂ ਦੀ ਇਨਕਮ ਥੋੜ੍ਹੀ ਹੁੰਦੀ ਹੈ ਉਹ ਜ਼ਿਆਦਾ ਸਫਰ ਕਰਦੇ ਨੇ ਅਤੇ ਐਗਰੀਗੇਟ ਡਿਮਾਂਡ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਅਨਇੰਪਲੋਇਮੈਂਟ ਆ ਜਾਂਦੀ ਹੈ ਇਕੋਨਮੀ ਦੇ ਵਿੱਚ। ਦੈਨ ਔਨ ਬੈਲੈਂਸ ਆਫ ਪੇਮੈਂਟ ਜਦੋਂ ਪ੍ਰਾਈਸਿਸ ਰਾਈਜ਼ ਕਰਦੇ ਨੇ ਐਕਸਪੋਰਟਸ ਘੱਟ ਜਾਂਦੀਆਂ ਨੇ, ਇੰਪੋਰਟਸ ਵੱਧ ਜਾਂਦੀਆਂ ਨੇ, ਜਿਹਦੇ ਕਰਕੇ ਬੈਲੈਂਸ ਆਫ ਪੇਮੈਂਟ ਅਨਫੇਵਰੇਬਲ ਡੈਫੀਸਿਟ 'ਚ ਚਲਾ ਜਾਂਦਾ ਹੈ। Effect on public debt, cost of government projects under completion rise unexpectedly because of rising prices। ਇਹਦੇ ਕਰਕੇ ਜਿਹੜਾ ਗਵਰਨਮੈਂਟ ਬਜਟ ਹੈ ਉਹ ਅਪਸੈਟ ਹੋ ਜਾਂਦਾ ਹੈ। ਸੋ ਗਵਰਨਮੈਂਟ ਇਜ਼ ਓਬਲਾਈਜ਼ਡ ਟੂ ਬੋਰੋ ਫਰੋਮ ਪਬਲਿਕ, ਇਸ ਕਰਕੇ ਜਿਹੜਾ ਸਰਕਾਰ ਦਾ ਰਿਣ ਹੈ ਉਹ ਵੱਧ ਜਾਂਦਾ ਹੈ। ਇਨਕਮ ਟ੍ਰੇਡਰਸ ਦੀ, ਇੰਡਸਟਰੀਅਲਿਸਟ ਦੀ ਅਤੇ ਐਗਰੀਕਲਚਰ ਦੀ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਬੈਂਕਾਂ 'ਚ ਪੈਸਾ ਜਮ੍ਹਾਂ ਕਰਾਉਣਾ ਸ਼ੁਰੂ ਹੋ ਜਾਂਦੇ ਨੇ। ਬੈਂਕਿੰਗ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਨਵੀਆਂ ਇੰਡਸਟਰੀ ਯੂਨਿਟਸ ਆਉਣ ਦੇ ਨਾਲ ਜਿਹੜਾ ਰਿਸਕ ਹੈ ਉਹਨੂੰ ਕਵਰ ਅਪ ਕਰਨ ਵਾਸਤੇ ਇੰਸ਼ੋਰੈਂਸ ਕੰਪਨੀਜ਼ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਟੈਕਸਿਸ ਰਾਈਜ਼ਿੰਗ ਪ੍ਰਾਈਸਿਸ ਕਰਕੇ ਸਰਕਾਰ ਦਾ ਖਰਚਾ ਵੱਧ ਜਾਂਦਾ ਹੈ। ਉਸ ਖਰਚੇ ਨੂੰ ਪੂਰਾ ਕਰਨ ਲਈ ਸਰਕਾਰ ਨਵੇਂ ਟੈਕਸ ਲਾਉਂਦੀ ਹੈ। ਰੇਟ ਆਫ ਐਗਜ਼ਿਸਟਿੰਗ ਟੈਕਸਿਸ ਵਧਾਉਣੇ ਪੈਂਦੇ ਨੇ। ਕੰਟਰੋਲਸ ਐਂਡ ਰੈਸ਼ਨਿੰਗ ਸਰਕਾਰ ਲਈ ਮੁਸ਼ਕਿਲ ਹੋ ਜਾਂਦਾ ਹੈ। ਪੂਅਰ ਪੀਪਲ ਜਿਹੜੇ ਨੇ ਉਹ ਆਰਡੀਨਰੀ ਕੰਜ਼ਿਊਮਰ ਗੁੱਡਸ ਖਰੀਦਦੇ ਨੇ। ਗਵਰਨਮੈਂਟ ਜਦੋਂ ਪ੍ਰਾਈਸ ਕੰਟਰੋਲ ਕਰਦੀ ਹੈ, ਰਾਸ਼ਨਿੰਗ ਸਿਸਟਮ ਕਰਦੀ ਹੈ ਜਾਂ ਫਿਰ ਫੇਅਰ ਪ੍ਰਾਈਸ ਸ਼ਾਪ, ਰਾਸ਼ਨ ਸ਼ਾਪਸ ਖੋਲ੍ਹਦੇ ਆ ਤਾਂ ਕਿ ਜਿਹੜੇ ਪੂਅਰ ਪੀਪਲ ਨੇ ਉਹਨਾਂ ਨੂੰ ਇਸੈਂਸ਼ੀਅਲ ਗੁੱਡਸ ਸਸਤੇ ਰੇਟ ਦੇ ਉੱਤੇ ਮਿਲ ਸਕਣ। ਮੋਰਲ ਇਫੈਕਟ ਇਨਫਲੇਸ਼ਨ ਦੇ ਨਾਲ ਮੋਰਲ ਡੀਗ੍ਰੇਡੇਸ਼ਨ ਹੁੰਦੀ ਹੈ। ਲੋਕ ਪੈਸਾ ਇਕੱਠਾ ਕਰਨਾ ਚਾਹੁੰਦੇ ਨੇ, ਇਸ ਕਰਕੇ ਐਂਟੀ ਸੋਸ਼ਲ ਐਕਟੀਵਿਟੀਜ਼ ਲਾਈਕ ਪ੍ਰੋਫਿਟੇਅਰਿੰਗ, ਹੋਰਡਿੰਗ, ਅਡਲਟਰੇਸ਼ਨ ਦੇ ਵਿੱਚ ਇੰਗੇਜ ਹੋ ਜਾਂਦੇ ਨੇ। ਇੱਥੇ ਤੱਕ ਬਹੁਤ ਹੈ ਬਸ ਇਹ। ਦੈਨ ਸੋਸ਼ਲ ਐਂਡ ਪੋਲੀਟੀਕਲ ਇਵਲਸ, ਸੋਸ਼ਲ ਪੋਲੀਟੀਕਲ ਇਵਲਸ ਨੇ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ। ਵਨ ਆਫ ਦਾ ਮੇਨ ਰੀਜ਼ਨਸ ਕਿ ਜਿਹੜਾ ਹਿਟਲਰ ਅਤੇ ਉਹਦੀ ਨਾਜ਼ੀ ਪਾਰਟੀ ਸੀ ਉਹ ਜਰਮਨੀ ਦੇ ਵਿੱਚ ਪਾਵਰ ਵਿੱਚ ਆਈ ਸੀ। ਉਹ ਕਿਉਂ ਆਈ ਸੀ? ਕਿਉਂਕਿ ਉਸ ਟਾਈਮ ਦੇ ਉੱਤੇ ਗ੍ਰੇਟ ਡਿਪਰੈਸ਼ਨ ਆਇਆ ਹੋਇਆ ਸੀ ਅਤੇ ਇਨਫਲੇਸ਼ਨ ਨੇ ਸਾਰੀ ਕੰਟਰੀ ਨੂੰ ਟੁੱਕ ਓਵਰ ਕੀਤਾ ਹੋਇਆ ਸੀ। ਇਸ ਕਰਕੇ ਵਾਈਡ ਸਪਰੈਡ ਡਿਸਕੰਟੈਂਟਮੈਂਟ, ਲੋਕਾਂ ਦੇ ਵਿੱਚ ਡਿਸਸੈਟਿਸਫੈਕਸ਼ਨ ਹੈ ਜਿਹੜੀ ਉਹ ਇਨਕਰੀਜ਼ ਹੋ ਗਈ ਸੀ। ਪੋਲੀਟੀਕਲ ਅਪਹੈਵਲਸ ਨੇ ਇਟਲੀ, ਸਪੇਨ ਅਤੇ ਫਰਾਂਸ ਦੇ ਵਿੱਚ ਨੇ, ਜਾਂ ਫਰੈਂਚ ਰੈਵੋਲੂਸ਼ਨ ਹੈ ਜਿਹੜੀ ਉਹ ਵੀ ਇਸ ਦੇ ਹੀ ਕਾਰਨ ਸੀ। ਨੈਕਸਟ ਹੈ ਇਨਫਲੇਸ਼ਨ ਐਂਡ ਇਕਨੋਮਿਕ ਡਿਵੈਲਪਮੈਂਟ। ਇਨਫਲੇਸ਼ਨ ਕਿਸ ਤਰ੍ਹਾਂ ਦੇ ਨਾਲ ਫੇਵਰੇਬਲ ਇਫੈਕਟ ਹੈ ਕੰਟਰੀ ਦੇ ਉੱਤੇ। ਇਨਫਲੇਸ਼ਨ ਦੇ ਨਾਲ ਆਉਣ ਦੇ ਨਾਲ ਪ੍ਰੋਡਕਸ਼ਨ ਵੱਧਦੀ ਹੈ। ਆਪਟੀਮਿਸਟਿਕ ਐਟਮੋਸਫੀਅਰ ਇਕੋਨਮੀ ਦੇ ਵਿੱਚ ਕ੍ਰੀਏਟ ਹੁੰਦਾ ਹੈ। ਮੋਰ ਇਨਵੈਸਟਮੈਂਟ ਅਪੋਰਚੁਨਿਟੀਜ਼ ਆਉਂਦੀਆਂ ਨੇ। MEC ਇਨਕਰੀਜ਼ ਹੁੰਦੀ ਹੈ। ਫਰਦਰ ਇਨਵੈਸਟਮੈਂਟ ਹੈ ਜਿਹੜੀ ਉਹ ਇਨਕਰੀਜ਼ ਹੁੰਦੀ ਹੈ ਅਤੇ ਮੋਰ ਇੰਪਲੋਇਮੈਂਟ ਇਨਕਮ ਅਪੋਰਚੁਨਿਟੀਜ਼ ਆਉਂਦੀਆਂ ਨੇ। ਰੀਡਿਸਟਰੀਬਿਊਸ਼ਨ ਆਫ ਇਨਕਮ ਦੀ ਡਿਸਟਰੀਬਿਊਸ਼ਨ ਫਰੋਮ ਰਿਚ ਟੂ ਪੂਅਰ ਹੈ ਜਿਹੜੀ ਉਹ ਸਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪੈਸੇ ਸਾਰਿਆਂ ਕੋਲ ਚਲੇ ਜਾਂਦੇ ਨੇ। ਰੈਪਿਡ ਰੇਟ ਆਫ ਇਕਨੋਮਿਕ ਡਿਵੈਲਪਮੈਂਟ ਹੈ ਉਹ ਆਉਂਦਾ ਹੈ। ਕੈਪੀਟਲ ਫਾਰਮੇਸ਼ਨ ਹੁੰਦੀ ਹੈ। ਇਨਫਲੇਸ਼ਨ ਦੇ ਨਾਲ ਫੋਰਸਡ ਸੇਵਿੰਗਸ ਹੁੰਦੀਆਂ ਨੇ। ਬਿਕੋਜ਼ ਆਫ ਇਨਕਰੀਜ਼ਿੰਗ ਪ੍ਰਾਈਸਿਸ ਲੋਕ ਹੁਣ ਜ਼ਿਆਦਾ ਕੰਜ਼ਿਊਮ ਨਹੀਂ ਕਰ ਸਕਦੇ। ਰੀਅਲ ਕੰਜ਼ੰਪਸ਼ਨ ਘੱਟ ਜਾਂਦੀ ਹੈ, ਸੇਵਿੰਗ ਵੱਧ ਜਾਂਦੀ ਹੈ। ਜੇ ਸੇਵਿੰਗ ਵਧੂਗੀ ਇਟ ਮੀਨਸ ਕੈਪੀਟਲ ਫਾਰਮੇਸ਼ਨ ਹੋਊਗੀ। ਸੈਲਫ ਲਿਕੁਇਡਿਟੀ, ਫਿਨਾਂਸ ਇਕਨੋਮਿਕ ਡਿਵੈਲਪਮੈਂਟ ਨੂੰ ਫਿਨਾਂਸ ਕਰਨ ਦਾ ਮਤਲਬ ਹੈ ਸੈਲਫ ਲਿਕੁਇਡੇਟਿੰਗ ਹੋਣਾ। ਇਟ ਇਜ਼ ਸੋ ਬਿਕੋਜ਼ ਕਿਉਂਕਿ ਫਿਨਾਂਸ਼ੀਅਲ ਰਿਸੋਰਸਿਸ ਜਿਹੜੇ ਅਸੀਂ ਇਕਨੋਮਿਕ ਡਿਵੈਲਪਮੈਂਟ ਵਾਸਤੇ ਰੱਖੇ ਨੇ ਉਹ ਮਨੀ ਸਪਲਾਈ, ਉੱਦਾਂ ਦੇ ਨਾਲ ਫਿਰ ਮਨੀ ਸਪਲਾਈ ਵਧੂਗੀ। ਮਨੀ ਸਪਲਾਈ ਵਧੂਗੀ ਮਤਲਬ ਲੋਕ ਚੀਜ਼ਾਂ ਜ਼ਿਆਦਾ ਮੰਗਣਗੇ। ਪ੍ਰੋਡਕਸ਼ਨ ਕਪੈਸਿਟੀ ਵਧੂਗੀ। ਪ੍ਰੋਡਕਸ਼ਨ ਕਪੈਸਿਟੀ ਮੀਨਸ ਸਪਲਾਈ ਵਧੂਗੀ। ਸਪਲਾਈ ਮੀਨਸ ਨੈਸ਼ਨਲ ਇਨਕਮ ਵਧੂਗੀ। ਇਸ ਨੈਸ਼ਨਲ ਇਨਕਮ ਦੇ ਵਿੱਚੋਂ ਅਸੀਂ ਜਿਹੜੇ ਫਿਨਾਂਸ਼ੀਅਲ ਰਿਸੋਰਸਿਸ ਨੂੰ ਉਹਨਾਂ ਦੀ ਰੀਪੇਮੈਂਟ ਕਰਾਂਗੇ ਤਾਂ ਕਿ ਇਕਨੋਮਿਕ ਡਿਵੈਲਪਮੈਂਟ ਹੈ ਉਹ ਹੋ ਸਕੇ। ਦੈਨ ਮੋਬਿਲਾਈਜੇਸ਼ਨ ਆਫ ਪ੍ਰੋਡਕਟਿਵ ਰਿਸੋਰਸਿਸ, ਜਿੰਨੇ ਵੀ ਪ੍ਰੋਡਕਟਿਵ ਰਿਸੋਰਸਿਸ ਨੇ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਉਹ ਸੁਸਤ ਪਏ ਹੁੰਦੇ ਨੇ। ਬੈਂਕਿੰਗ ਫੈਸਿਲਿਟੀਜ਼ ਨਹੀਂ ਹੁੰਦੀਆਂ, ਇਸ ਲਈ ਲੋਕ ਆਪਣੇ ਕੋਲ ਪੈਸਾ ਇਕੱਠਾ ਕਰਕੇ ਰੱਖਦੇ ਨੇ। ਪਰ ਜਿਵੇਂ ਜਿਵੇਂ ਬੈਂਕਿੰਗ ਫੈਸਿਲਿਟੀਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਕਨੋਮਿਕ ਐਕਟੀਵਿਟੀਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਹਨਾਂ ਨੂੰ ਪ੍ਰੋਡਕਟਿਵ ਐਕਟੀਵਿਟੀਜ਼ ਦੇ ਵਿੱਚ ਪੈਸੇ ਨੂੰ ਲਗਾਇਆ ਜਾਂਦਾ ਹੈ ਅਤੇ ਰੇਟ ਆਫ ਇਕਨੋਮਿਕ ਡਿਵੈਲਪਮੈਂਟ ਇਨਕਰੀਜ਼ ਹੁੰਦੀ ਹੈ। ਬੈਡ ਇਫੈਕਟ ਕੀ ਹੈ? ਇਨਫਲੇਸ਼ਨ ਦੇ ਨਾਲ ਅਨਸਰਟਨਟੀ ਦੀ ਸਿਚੁਏਸ਼ਨ ਆ ਜਾਂਦੀ ਹੈ। ਲੇਬਰਸ ਹਾਇਰ ਵੇਜਸ ਡਿਮਾਂਡ ਕਰਦੇ ਨੇ। ਲੜਾਈ ਝਗੜੇ, ਇੰਡਸਟਰੀਅਲ ਡਿਸਪਿਊਟਸ ਸਟਾਰਟ ਹੋ ਜਾਂਦੇ ਨੇ।
फ्रीकुएंट फ्लक्चुएशनस ਹੁੰਦੀਆਂ ਨੇ ਡਿਮਾਂਡ ਤੇ ਪ੍ਰਾਈਸਿਸ ਦੇ ਵਿੱਚ, ਅਨਸਰਟਨਟੀ ਦਾ ਮਾਹੌਲ ਇਕੋਨਮੀ 'ਚ ਚਲਾ ਜਾਂਦਾ ਹੈ ਤੇ ਇਕਨੋਮਿਕ ਡਿਵੈਲਪਮੈਂਟ ਹੈ ਉਹ ਐਡਵਰਸਲੀ ਅਫੈਕਟ ਹੋ ਜਾਂਦੀ ਹੈ। ਸੇਵਿੰਗ ਦੇ ਉੱਤੇ ਐਡਵਰਸ ਇਫੈਕਟ ਪੈਂਦਾ ਹੈ। ਪਰਚੇਜ਼ਿੰਗ ਪਾਵਰ ਆਫ ਮਨੀ ਹੈ ਘੱਟ ਜਾਂਦੀ ਹੈ। ਪਹਿਲਾਂ ਅਸੀਂ 100 ਰੁਪਏ ਦੇ ਨਾਲ ਜ਼ਿਆਦਾ ਚੀਜ਼ਾਂ ਖਰੀਦਦੇ ਸੀ, ਹੁਣ ਪਰਚੇਜ਼ਿੰਗ ਪਾਵਰ ਆਫ ਮਨੀ ਨਾਲ ਘੱਟ ਹੋ ਜਾਂਦੀ ਹੈ। ਸੋ ਰੀਅਲ ਵੈਲਿਊ ਆਫ ਸੇਵਿੰਗ ਹੈ ਜਿਹੜੀ ਇਨ ਟਰਮਸ ਆਫ ਮਨੀ ਉਹ ਘੱਟ ਜਾਂਦੀ ਹੈ। ਇਹ ਇੱਕ ਡਿਸਇਨਸੈਂਟਿਵ ਦੀ ਤਰ੍ਹਾਂ ਕੰਮ ਕਰਦੀ ਹੈ। ਅਨਜਸਟ ਹੈ, ਇਹਦੇ ਨਾਲ ਜਿਹੜੇ ਰਿਚ ਨੇ ਉਹ ਜ਼ਿਆਦਾ ਰਿਚ ਬਣ ਜਾਂਦੇ, ਪੂਅਰ ਬਿਕਮ ਮੋਰ ਪੂਅਰਰ, ਜਿਹਦੇ ਨਾਲ ਸੋਸ਼ਲ ਵੈਲਫੇਅਰ ਹੈ ਜਿਹੜਾ ਉਹ ਖਰਾਬ ਹੋ ਜਾਂਦਾ ਹੈ। ਕੌਨਸਪੀਸ਼ੀਅਸ ਕੰਜ਼ੰਪਸ਼ਨ, ਜਦੋਂ ਲੋਕਾਂ ਦੀ ਇਨਕਮ ਵੱਧਦੀ ਹੈ ਤਾਂ ਉਹ ਕੌਨਸਪੀਸ਼ੀਅਸ ਕੰਜ਼ੰਪਸ਼ਨ, ਸਪੈਕੂਲੇਟਿਵ ਐਕਟੀਵਿਟੀਜ਼, ਹੋਰਡਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ, ਵੇਸਟੇਜ ਆਫ ਰਿਸੋਰਸਿਸ ਹੋਣਾ ਸ਼ੁਰੂ ਹੋ ਜਾਂਦਾ ਹੈ। ਡਿਸਇਕਲਿਬਰੀਅਮ ਇਨਫਲੇਸ਼ਨ ਦੇ ਨਾਲ ਇੰਪੋਰਟਸ ਇਨਕਰੇਜ ਹੁੰਦੀਆਂ ਨੇ ਤੇ ਐਕਸਪੋਰਟਸ ਡਿਸਕਰੇਜ ਹੁੰਦੀਆਂ ਨੇ। ਇੰਪੋਰਟਡ ਕੈਪੀਟਲ ਗੁੱਡਸ ਕੰਟਰੀ 'ਚ ਆਉਣੀਆਂ ਸ਼ੁਰੂ ਹੋ ਜਾਂਦੇ, ਉਹਨਾਂ ਦੇ ਪ੍ਰਾਈਸਿਸ ਵਧਣੇ ਸ਼ੁਰੂ ਹੋ ਜਾਂਦੇ ਨੇ, ਬੈਲੈਂਸ ਆਫ ਪੇਮੈਂਟ ਐਡਵਰਸ ਹੋ ਜਾਂਦਾ ਹੈ, ਐਕਿਊਟ ਸ਼ਾਰਟੇਜ ਹੋ ਜਾਂਦੀ ਹੈ ਫੋਰਨ ਐਕਸਚੇਂਜ ਦੀ ਤੇ ਗਰੋਥ ਪ੍ਰੋਸੈਸ ਰੁਕ ਜਾਂਦੀ ਹੈ। ਹਾਈਪਰ ਇਨਫਲੇਸ਼ਨ ਆਉਣ ਦੇ ਵੀ ਚਾਂਸਿਸ ਵੱਧ ਜਾਂਦੇ ਨੇ। ਇਨਫਲੇਸ਼ਨ ਨੂੰ ਇਸ ਲਈ ਵੀ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ ਕਿ ਇਜ਼ ਦੈਟ ਵਾਂਸ ਇਟ ਟੇਕਸ ਪਲੇਸ ਦੇਰ ਇਜ਼ ਨੋ ਲਿਮਿਟ ਟੂ ਇਟ। ਜੇ ਇੱਕ ਵਾਰੀ ਹਾਈਪਰ ਇਨਫਲੇਸ਼ਨ ਆ ਜੇ ਫਿਰ ਉਹਨੂੰ ਰੋਕਣਾ ਹੈ ਜਿਹੜਾ ਉਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਇਹ ਕਨਕਲੂਜਨ ਕੱਢਣਾ ਕਿ ਇਨਫਲੇਸ਼ਨ ਅਤੇ ਇਕਨੋਮਿਕ ਡਿਵੈਲਪਮੈਂਟ ਦਾ ਕੀ ਰਿਲੇਸ਼ਨਸ਼ਿਪ ਹੈ ਇਹ ਦੱਸਣਾ ਬਹੁਤ ਮੁਸ਼ਕਿਲ ਹੈ। ਫੋਰ ਐਗਜ਼ਾਮਪਲ ਜੇ ਅਸੀਂ 1870 ਤੋਂ 95 ਦੇ ਵਿੱਚ ਦੇਖੀਏ ਤਾਂ ਅਮਰੀਕਾ 'ਚ ਪ੍ਰਾਈਸਿਸ ਫਾਲ ਕੀਤੇ ਸੀ ਪਰ ਰੇਟ ਆਫ ਇਕਨੋਮਿਕ ਡਿਵੈਲਪਮੈਂਟ ਬਹੁਤ ਹਾਈ ਸੀ। ਜੇ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਫਸਟ ਈਅਰ ਪਲਾਨ ਪੀਰੀਅਡ ਦੇ ਵਿੱਚ ਜਿਹੜਾ ਪ੍ਰਾਈਸਿਸ ਸੀ ਉਹ ਬਹੁਤ ਘੱਟ ਸੀ ਪਰ ਇਕਨੋਮਿਕ ਗਰੋਥ ਹੈ ਜਿਹੜੀ ਉਹ ਬਹੁਤ ਮਤਲਬ ਇੱਕ ਸੈਟਿਸਫੈਕਟਰੀ ਲੈਵਲ ਦੇ ਉੱਤੇ ਸੀ। ਤਾਂ ਇਹ ਕਹਿਣਾ ਕਿ ਇਨਫਲੇਸ਼ਨ ਹੈ ਜਿਹੜੀ ਇਕਨੋਮਿਕ ਡਿਵੈਲਪਮੈਂਟ ਲੈ ਕੇ ਆਉਂਦੀ ਹੈ ਜਾਂ ਫਾਲਿੰਗ ਪ੍ਰਾਈਸਿਸ ਨੇ ਜਿਹੜੇ ਉਹ ਇਕਨੋਮਿਕ ਗਰੋਥ ਲੈ ਕੇ ਆਉਂਦੇ ਨੇ, ਇਹ ਕਿਤੇ ਵੀ ਕੋਈ ਰਿਲੇਸ਼ਨਸ਼ਿਪ ਨਹੀਂ ਨਿਕਲਦਾ। ਹੁਣ ਅਸੀਂ ਇਨਫਲੇਸ਼ਨ ਨੂੰ ਕੰਟਰੋਲ ਕਿਵੇਂ ਕਰਨਾ ਹੈ, ਹਾਊ ਟੂ ਕੰਟਰੋਲ ਇਨਫਲੇਸ਼ਨ, ਮੈਜਰਸ ਟੂ ਕੰਟਰੋਲ ਇਟ। ਫਸਟ ਹੈ ਜੀ ਮੋਨੀਟਰੀ ਮੈਜਰਸ। ਮੋਨੀਟਰੀ ਮੈਜਰ ਫਸਟ ਹੈ ਕੰਟਰੋਲ ਓਵਰ ਮਨੀ, ਮਨੀ ਦੇ ਉੱਤੇ ਕੰਟਰੋਲ ਕਰਨਾ ਹੈ। ਠੀਕ ਹੈ, ਮਨੀ ਘੱਟ ਆਊਗੀ, ਲੋਕੀ ਚੀਜ਼ਾਂ ਘੱਟ ਡਿਮਾਂਡ ਕਰਨਗੇ, ਘੱਟ ਇਨਫਲੇਸ਼ਨ ਆਊ। ਕ੍ਰੈਡਿਟ ਦੇ ਉੱਤੇ ਕੰਟਰੋਲ ਕਰਨਾ ਹੈ। ਕ੍ਰੈਡਿਟ ਮਤਲਬ ਲੋਕਾਂ ਨੂੰ ਘੱਟ ਤੋਂ ਘੱਟ ਕ੍ਰੈਡਿਟ ਕੰਟਰੈਕਸ਼ਨ ਪੋਲਿਸੀ ਹੈ ਜਿਹੜੀ ਉਹ ਅਡੋਪਟ ਕਰਨੀ ਹੈ। ਠੀਕ ਹੈ, ਡੀਮੋਨੇਟਾਈਜੇਸ਼ਨ ਆਫ ਓਲਡ ਕਰੰਸੀ, ਜਿੰਨਾ ਵੀ ਪੁਰਾਣੀ ਕਰੰਸੀ ਪਈ ਹੈ, ਓਲਡ ਕਰੰਸੀ ਪਈ ਹੈ, ਉਹਨੂੰ ਖਤਮ ਕਰ ਦਿਓ ਅਤੇ ਉਹਦੀ ਜਗ੍ਹਾ ਦੇ ਉੱਤੇ ਨਵੀਂ ਕਰੰਸੀ ਹੈ ਜਿਹੜੀ ਉਹ ਲਿਆਓ। ਜੋ ਪਿੱਛੇ ਡੀਮੋਨੇਟਾਈਜੇਸ਼ਨ ਹੋਈ ਸੀ, ਸਰਕਾਰ ਨੇ ਜਿਹੜੇ ਨੋਟ ਨੇ ਵਾਪਸ ਮੰਗਵਾਏ ਸੀ, ਉਹਨਾਂ ਦਾ ਕਾਰਨ ਇਹੀ ਹੁੰਦਾ ਕਿ ਬਲੈਕ ਮਨੀ ਹੈ ਜਿਹੜੀ ਉਹ ਫਿਰ ਬਾਹਰ ਆ ਜਾਂਦੀ ਹੈ। ਫਿਸਕਲ ਮੈਜਰਸ, ਫਿਸਕਲ ਮੈਜਰ ਦੇ ਵਿੱਚ ਫਸਟ ਹੈ ਸਰਕਾਰ ਨੂੰ ਆਪਦਾ ਖਰਚਾ ਹੈ ਜਿਹੜਾ ਉਹ ਘਟਾਉਣਾ ਪਊਗਾ ਤਾਂ ਕਿ ਨਾਨ ਐਸੈਂਸ਼ੀਅਲ ਐਕਸਪੈਂਡੀਚਰ ਘਟੇ, ਤਾਂ ਕਿ ਜਿਹੜਾ ਪੈਸਾ ਹੈ ਸਾਰਾ ਦਾ ਸਾਰਾ ਤੁਸੀਂ ਪ੍ਰੋਡਕਟਿਵ ਐਕਟੀਵਿਟੀਜ਼ ਦੇ ਵਿੱਚ ਖਰਚ ਕਰ ਸਕੋ। ਪਬਲਿਕ ਡੈਟ ਹੈ ਉਸਨੂੰ ਵਧਾਓ, ਸਰਕਾਰ ਉਧਾਰ ਲੈ ਕੇ ਜਿਹੜਾ ਹੈ ਪਬਲਿਕ ਐਕਸਪੈਂਡੀਚਰ ਕਰੇ। ਓਲਡ ਪੇਮੈਂਟਸ ਦੀ ਜਿਹੜੀ ਓਲਡ ਡੈਟ ਦੀ ਜਿਹੜੀ ਪੇਮੈਂਟ ਹੈ ਉਹਨੂੰ ਹਜੇ ਰੋਕ ਲਓ, ਕਿਉਂਕਿ ਜੇ ਉਹ ਪੇ ਕਰ ਦੋਗੇ ਲੋਕਾਂ ਦੇ ਹੱਥਾਂ 'ਚ ਪੈਸਾ ਆਊਗਾ, ਇਨਫਲੇਸ਼ਨ ਹੋਰ ਵੱਧ ਜੂਗੀ। ਟੈਕਸਿਸ ਵਧਾ ਦਿਓ, ਠੀਕ ਹੈ, ਟੈਕਸ ਵਧਾਉਂਗੇ ਲੋਕਾਂ ਦੇ ਹੱਥਾਂ 'ਚ ਪੈਸਾ ਘੱਟ ਜੂਗਾ। ਮਨੀ ਨੂੰ ਓਵਰ ਵੈਲਿਊਏਟ ਕਰ ਦਿਓ, ਲੋਕਾਂ ਦੇ ਹੱਥਾਂ 'ਚ ਪੈਸਾ ਘਟੂਗਾ, ਇਨਕਰੇਜ ਹੋਣਗੀਆਂ ਇੰਪੋਰਟਸ ਅਤੇ ਡਿਸਕਰੇਜ ਹੋਣਗੇ ਐਕਸਪੋਰਟਸ। ਲੈਸ ਘੱਟ ਤੋਂ ਘੱਟ ਡੈਫੀਸਿਟ ਫਿਨਾਂਸਿੰਗ ਕਰਨੀ ਹੈ, ਉਦੋਂ ਹੀ ਕਰਨੀ ਹੈ ਅਗਰ ਤੁਹਾਡੇ ਕੋਲ ਹੋਰ ਕੋਈ ਅਦਰ ਮੈਜਰ ਨਹੀਂ ਹੈ। ਅਦਰ ਮੈਜਰਸ ਦੇ ਵਿੱਚ ਇਹ ਤਾਂ ਹੋ ਗਏ ਮਨੀ ਅਤੇ ਫਿਸਕਲ ਮੈਜਰਸ। ਠੀਕ ਹੈ, ਹੋਰ ਤੁਸੀਂ ਕੀ ਕਰ ਸਕਦੇ, ਪ੍ਰੋਡਕਸ਼ਨ ਵਧਾ ਸਕਦੇ ਹੋ। ਕਮਰਸ਼ੀਅਲ ਪ੍ਰੋਪਰਟੀ ਪੋਲਿਸੀ ਹੈ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈ, ਇਹੋ ਜਿਹੀ ਹੋਵੇ ਤਾਂ ਕਿ ਜਿਹੜੀਆਂ ਤੁਸੀਂ ਇਨਫਲੇਸ਼ਨ ਹੈ ਉਹਨੂੰ ਰੋਕ ਸਕੋ। ਇਨਵੈਸਟਮੈਂਟ ਪੋਲਿਸੀ ਹੈ ਜਿਹੜੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਲੈਸ ਇਨਵੈਸਟਮੈਂਟ ਹੈ ਜਿਹੜੀ ਉਹ ਇੰਡਸਟਰੀ 'ਚ ਕਰਨੀ ਚਾਹੀਦੀ ਆ ਉਹਨਾਂ 'ਚ ਜਿੱਥੇ ਲੌਂਗ ਜਸਟੇਸ਼ਨ ਪੀਰੀਅਡ ਹੋਵੇ। ਪ੍ਰਾਈਸ ਕੰਟਰੋਲ ਕਰਨਾ ਹੈ, ਰੈਸ਼ਨਿੰਗ ਕਰਨੀ ਹੈ। ਰੈਸ਼ਨਿੰਗ ਸਿਸਟਮ ਦੇ ਨਾਲ ਸਾਰੇ ਕੰਜ਼ਿਊਮਰ ਨੂੰ ਇਸੈਂਸ਼ੀਅਲ ਗੁੱਡਸ ਘੱਟ ਪ੍ਰਾਈਸ ਦੇ ਉੱਤੇ ਮਿਲਣਗੀਆਂ। ਸੇਵਿੰਗਸ ਨੂੰ ਇਨਕਰੇਜ ਕਰੋ। ਜਿਹੜੇ ਪ੍ਰੋਫਿਟਸ ਨੇ ਜੁਆਇੰਟ ਸਟਾਕ ਕੰਪਨੀਜ਼ ਨੇ ਉਹਨਾਂ ਨੂੰ ਡਿਸਟਰੀਬਿਊਟ ਨਾ ਕਰੋ, ਕਿਉਂਕਿ ਪ੍ਰੋਫਿਟ ਨਹੀਂ ਡਿਸਟਰੀਬਿਊਟ ਕਰੋਗੇ ਪੈਸਾ ਨਹੀਂ ਜਾਊਗਾ, ਪੈਸਾ ਨਹੀਂ ਜਾਊਗਾ ਵੇਜਿਸ ਇਨਫਲੇਸ਼ਨ ਨਹੀਂ ਆਊਗੀ। ਵੇਜ ਪਾਲਿਸੀ ਆ ਪ੍ਰੋਪਰ ਹੋਣੀ ਚਾਹੀਦੀ ਹੈ। ਠੀਕ ਹੈ, ਸੋ ਥੀਸ ਆਰ ਦ ਮੈਜਰਸ ਟੂ ਕੰਟਰੋਲ ਇਨਫਲੇਸ਼ਨ, ਮੋਨੇਟਰੀ, ਫਿਸਕਲ ਐਂਡ ਦ ਅਦਰ ਮੈਜਰਸ। ਆ ਸਟੈਗਫਲੇਸ਼ਨ ਇੱਥੇ ਕਰਨ ਦੀ ਲੋੜ ਨਹੀਂ ਹੈ, ਸਟੈਗਫਲੇਸ਼ਨ ਮੈਂ ਤੁਹਾਨੂੰ ਪਿੱਛੇ ਕਰਾ ਚੁੱਕੀ ਹਾਂ। ਸਟੈਗਨੇਸ਼ਨ ਪਲੱਸ ਇਨਫਲੇਸ਼ਨ ਅਤੇ ਆ ਇਨਫਲੇਸ਼ਨ ਐਂਡ ਅਨਇੰਪਲੋਇਮੈਂਟ ਟ੍ਰੇਡ ਆਫ ਫਿਲਿਪਸ ਕਰਵ ਇਹ ਵੀ ਕਰਨ ਦੀ ਜ਼ਰੂਰਤ ਨਹੀਂ ਹੈ, ਸੌਰੀ। ਸੋ ਲੌਂਗ ਕੁਐਸਚਨ ਦੇ ਵਿੱਚ ਤੁਹਾਡੇ ਕੋਲੇ ਜਿਹੜਾ ਹੈ ਆਹੀ ਕੁਐਸਚਨ ਬਣਿਆ ਹੋਇਆ, ਕਾਜ਼ਜ਼ ਮੈਜਰਸ ਟੂ ਕਰੈਕਟ ਇਟ। ਠੀਕ ਹੈ, ਜਾਂ ਫਿਰ ਵਟ ਆਰ ਦ ਕਾਜ਼ਜ਼ ਐਂਡ ਰੈਮੀਡੀਜ਼ ਆਫ ਇਨਫਲੇਸ਼ਨ। ਇਨਫਲੇਸ਼ਨ ਹੈ ਜਿਹੜੀ ਉਹ ਕਿਉਂ ਆਉਂਦੀ ਹੈ ਅਤੇ ਇਹਨੂੰ ਕਿਸ ਤਰ੍ਹਾਂ ਨਾਲ ਕੰਟਰੋਲ ਕਰਨਾ ਹੈ ਅਤੇ ਇਹਦੇ ਇਫੈਕਟਸ। ਠੀਕ ਹੈ, ਤਾਂ ਇਸ ਚੈਪਟਰ 'ਚੋਂ ਬੇਸਿਕਲੀ ਤੁਹਾਡੇ ਕੋਲ ਇੱਕ ਤਾਂ ਥਿਅਰੀਜ਼ ਦੇ ਉੱਤੇ ਕੁਐਸਚਨ ਬਣ ਗਿਆ। ਠੀਕ ਹੈ,
ਦੂਜਾ ਕੁਐਸਚਨ ਬਣ ਗਿਆ ਕਾਜ਼ਜ਼ ਆਫ ਇਨਫਲੇਸ਼ਨ, ਤੀਜਾ ਉਹਨੂੰ ਕਾਜ਼ਜ਼ ਦੇ ਤੋਂ ਬਾਅਦ ਆ ਗਿਆ ਇਫੈਕਟਸ ਆਫ ਇਨਫਲੇਸ਼ਨ, ਤੇ ਚੌਥਾ ਆ ਗਿਆ ਮੈਜਰਸ ਟੂ ਕੰਟਰੋਲ ਇਨਫਲੇਸ਼ਨ। ਠੀਕ ਹੈ ਜੀ, ਇਹ 4 ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਉੱਤੇ ਤੁਸੀਂ ਇਨਫਲੇਸ਼ਨ ਚੈਪਟਰ ਹੈ ਉਸਨੂੰ ਕਰਨਾ ਹੈ, ਰਾਈਟ। ਸੋ ਦਿਸ ਇਜ਼ ਇੰਪੋਰਟੈਂਟ ਚੈਪਟਰ, ਥੋੜਾ ਜਿਹਾ ਲੰਬਾ ਵੀ ਹੈ। ਸੋ ਇਸ ਚੈਪਟਰ ਨੂੰ ਜਿਹੜਾ ਹੈ ਬਹੁਤ ਧਿਆਨ ਦੇ ਨਾਲ ਸਾਰੀਆਂ ਵੀਡੀਓਜ਼ ਨੂੰ ਸੁਣਨਾ ਹੈ, ਦੇਖਣਾ ਹੈ, ਠੀਕ ਹੈ। ਸੋ ਟਿਲ ਦੈਨ ਗੁੱਡ ਬਾਏ ਬੇਟਾ, ਹੈਵ ਅ ਨਾਈਸ ਡੇ।